TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਸਭ ਤੋਂ ਪਹਿਲਾਂ ਜਿਹੜੀਆਂ ਪ੍ਰੋਗਰਾਮ ਦੌਰਾਨ ਖਬਰਾਂ ਨੂੰ ਆਧਾਰ ਬਣਾਇਆ ਜਾਣਾ ਹੈ, ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਡਾਕਟਰ ਫੌਚੀ ਨੇ ਕਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ ਇੱਕ ਵਾਰ ਫਿਰ ਤੋਂ ਦਿੱਤੀ ਸਲਾਹ। ਕਰੋਨਾ ਕਾਰਨ ਕਾਂਗਰਸ ਦੇ ਪ੍ਰਧਾਨ ਦੀ ਟਲੀ ਚੋਣ। ਕਰੋਨਾ ਨੇ ਮਾਸੂਮਾਂ ਤੋਂ ਖੋਹਿਆ ਉਹਨਾਂ ਦਾ ਸਾਰਾ ਪਰਿਵਾਰ। ਸੰਸਕਾਰ ਲਈ ਨਹੀਂ ਮਿਲ ਰਹੀਆਂ ਲੱਕੜਾਂ, ਲੋਕ ਲਾਸ਼ਾਂ ਨੂੰ ਨਦੀਆਂ ਵਿੱਚ ਸੁੱਟਣ ਲਈ ਮਜਬੂਰ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਤੇ ਫਿਰ ਬੋਲਿਆ ਹਮਲਾ। ਕੈਪਟਨ ਸਰਕਾਰ ਅਤੇ ਕਾਂਗਰਸ ਵਿੱਚ ਵੱਡਾ ਸੰਕਟ ਹੋਇਆ ਪੈਦਾ। ਅਤੇ ਅਮਿਤਾਭ ਬੱਚਨ ਵੱਲੋਂ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਲਈ ਦਿੱਤੇ 2 ਕਰੋੜ ਤੇ ਭਖਿਆ ਵਿਵਾਦ। ਤੇ ਆਓ ਹੁਣ ਇਹਨਾਂ ਖਬਰਾਂ ਦੇ ਵਿਸਥਾਰ ਵੱਲ ਵਧੀਏ, ਇਹਨਾਂ ਤੇ ਟਿੱਪਣੀਆਂ ਕਰੀਏ। ਪਰ ਉਹਦੇ ਤੋਂ ਵੀ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬ ਬੋਲਦਾ ਜਿਹੜਾ ਤੁਹਾਡੇ ਲਈ ਪੇਸ਼ ਕੀਤਾ ਗਿਆ ਸੀ, ਉਸ ਦੇ ਵਿੱਚ ਕੋਵਿਡ ਦੇ ਮੁਤਲਕ ਬਹੁਤ ਵਡਮੁੱਲੀ ਜਾਣਕਾਰੀ ਹੈ। ਡਾਕਟਰ ਪਿਆਰੇ ਲਾਲ ਗਰਗ ਉਸ ਪ੍ਰੋਗਰਾਮ ਵਿੱਚ ਮਹਿਮਾਨ ਸਨ। ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਇਧਰੋਂ ਉਧਰੋਂ ਮਿਲ ਰਹੀਆਂ ਨੇ, ਕੀ ਖਾਧਾ ਜਾਵੇ ਕੀ ਨਾ ਖਾਧਾ ਜਾਵੇ, ਟੀਕਾ ਲਵਾਇਆ ਜਾਵੇ ਨਾ ਲਵਾਇਆ ਜਾਵੇ। ਬਹੁਤ ਸਾਰੀ ਕੀਮਤੀ ਜਾਣਕਾਰੀ ਤੁਹਾਨੂੰ ਉਸ ਪ੍ਰੋਗਰਾਮ ਦੇ ਵਿੱਚੋਂ ਮਿਲ ਸਕਦੀ ਹੈ। ਜੇਕਰ ਨਹੀਂ ਵੇਖਿਆ ਤਾਂ ਸਮਾਂ ਕੱਢ ਕੇ ਵੇਖਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਤੇ ਹੁਣ ਸਭ ਤੋਂ ਅਹਿਮ ਖਬਰ ਹੈ, ਅਮਰੀਕਾ ਦੇ ਵਿੱਚ ਮਹਾਮਾਰੀ ਰੋਗਾਂ ਦੇ ਮਾਹਿਰ ਨੇ ਡਾਕਟਰ ਐਂਥਨੀ ਫੌਚੀ। ਡਾਕਟਰ ਫੌਚੀ ਨੇ ਭਾਰਤ ਨੂੰ ਪਹਿਲਾਂ ਵੀ ਕਈ ਵਾਰ ਸਲਾਹ ਦਿੱਤੀ ਹੈ ਤੇ ਇੱਕ ਵਾਰੀ ਫਿਰ ਤੋਂ ਸਲਾਹ ਦਿੱਤੀ ਹੈ। ਉਹਨਾਂ ਨੇ ਆਖਿਆ ਕਿ ਇਸ ਮਹਾਮਾਰੀ ਦੇ ਨਾਲ ਇਸ ਵਕਤ ਭਾਰਤ ਬੁਰੀ ਤਰ੍ਹਾਂ ਜੂਝ ਰਿਹਾ ਹੈ ਤੇ ਦੁਨੀਆ ਦੇ ਬਾਕੀ ਮੁਲਕਾਂ ਨੂੰ ਭਾਰਤ ਦੀ ਮਦਦ ਦੇ ਵਾਸਤੇ ਅੱਗੇ ਆਉਣਾ ਪਿਆ ਹੈ। ਉਹਨਾਂ ਕਿਹਾ ਕਿ ਭਾਰਤ ਹਸਪਤਾਲਾਂ ਲਈ, ਕਿਉਂਕਿ ਇਸ ਵਕਤ ਮਰੀਜ਼ ਵੱਧ ਗਏ ਨੇ, ਕਮੀ ਮਹਿਸੂਸ ਕਰ ਰਿਹਾ ਹੈ, ਬੈੱਡਾਂ ਦੀ ਕਮੀ ਮਹਿਸੂਸ ਕਰ ਰਿਹਾ ਹੈ, ਆਕਸੀਜਨ ਦੀ ਕਮੀ ਮਹਿਸੂਸ ਕਰ ਰਿਹਾ ਹੈ, PPE ਕਿਟਸ ਅਤੇ ਮੈਡੀਕਲ ਹੋਰ ਜਿਹੜੇ ਉਪਕਰਨ ਨੇ ਉਹਨਾਂ ਦੀ ਕਮੀ ਦੇ ਨਾਲ ਜੂਝ ਰਿਹਾ ਹੈ। ਇਸ ਦੌਰਾਨ ਅਮਰੀਕਾ ਨੇ ਤੇ ਹੋਰ ਬਹੁਤ ਸਾਰੇ ਮੁਲਕਾਂ ਨੇ ਭਾਰਤ ਦੀ ਮਦਦ ਕੀਤੀ ਹੈ ਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਮਹਾ ਸੰਕਟ ਤੋਂ ਉੱਭਰਨ ਦੇ ਵਾਸਤੇ ਲੰਬੇ ਸਮੇਂ ਦੇ ਵਾਸਤੇ ਇੱਕੋ ਇੱਕ ਹੱਲ ਹੈ ਕਿ ਵੱਡੇ ਪੱਧਰ ਤੇ ਲੋਕਾਂ ਦੇ ਟੀਕੇ ਲਾਏ ਜਾਣ, ਟੀਕਾਕਰਨ ਕੀਤਾ ਜਾਵੇ। ਦੱਸਣਾ ਬਣਦਾ ਹੈ ਕਿ ਡਾਕਟਰ ਐਂਥਨੀ ਫੌਚੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਬੀਤੇ ਸ਼ਨੀਚਰਵਾਰ ਨੂੰ ਵੀ ਅਤੇ ਕੱਲ੍ਹ ਵੀ ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ। 4000 ਦੇ ਨੇੜੇ ਤੇੜੇ ਲਗਾਤਾਰ ਮੌਤਾਂ ਬੀਤੇ ਕਈ ਦਿਨ ਤੋਂ ਹੋ ਰਹੀਆਂ ਨੇ। ਉਹਨਾਂ ਕਿਹਾ ਕਿ ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਐਂਟੀ ਕੋਵਿਡ ਟੀਕੇ ਲਾਉਣੇ ਚਾਹੀਦੇ ਹੈ। ਉਹਦੀ ਉਤਪਾਦਨ ਤੇ ਵੀ ਜ਼ੋਰ ਦਿੱਤਾ ਹੈ ਵੀ ਵਧਾਇਆ ਜਾਵੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਮੁੱਖ ਮੈਡੀਕਲ ਸਲਾਹਕਾਰ ਨੇ ਡਾਕਟਰ ਫੌਚੀ। ਅਸਲ ਦੇ ਵਿੱਚ ਇੱਕ ਉਹ ਮੁਲਾਕਾਤ ਦੇ ਵਿੱਚ ਇਹ ਗੱਲਾਂ ਦਾ ਖੁਲਾਸਾ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਮਹਾਮਾਰੀ ਦੀ ਪੂਰੀ ਤਰ੍ਹਾਂ ਨਾਲ ਖਾਤਮਾ ਜੇਕਰ ਕਰਨਾ ਚਾਹੁੰਦੇ ਆ ਤਾਂ ਲੋਕਾਂ ਦੇ ਟੀਕਾਕਰਨ ਵਧਾਉਣਾ ਪਏਗਾ। ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਹੈ ਤੇ ਫਿਰ ਜਦੋਂ ਭਾਰਤ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਟੀਕੇ ਬਣਦੇ ਆ, ਉਤਪਾਦ ਕੀਤਾ ਜਾਂਦਾ ਹੈ, ਤਾਂ ਫਿਰ ਲੋਕਾਂ ਨੂੰ ਟੀਕਿਆਂ ਦੀ ਕਿੱਲਤ ਕਿਉਂ? ਇਹ ਬਹੁਤ ਵੱਡਾ ਸਵਾਲ ਹੈ। ਉਹ ਕਹਿੰਦੇ ਜੇ ਅੰਦਰੋਂ ਪੂਰੇ ਟੀਕੇ ਨਹੀਂ ਮਿਲ ਰਹੇ ਤਾਂ ਬਾਹਰੋਂ ਮੰਗਵਾਉਣ ਦੇ ਵਿੱਚ ਵੀ ਕੋਈ ਹਰਜ ਨਹੀਂ, ਪਰ ਲੋਕਾਂ ਦੇ ਟੀਕੇ ਲੱਗਣ। ਪਰ ਸਾਡੇ ਵਾਲੇ ਕੀ ਕਰਦੇ ਆ? 150 ਰੁਪਏ ਦਾ ਟੀਕਾ ਕੇਂਦਰ ਸਰਕਾਰ ਨੂੰ ਵੇਚਦੀ ਹੈ ਨਿਰਮਾਤਾ ਕੰਪਨੀ, ਸਿਰਫ 150 ਦਾ। ਉਹ ਕਹਿੰਦੇ ਸੂਬਿਆਂ ਨੂੰ ਤੁਸੀਂ 300 ਦਾ ਦੇ ਦਿਓ। ਉਹ ਕਹਿੰਦੇ ਹਲੇ ਵੀ ਸਾਡੇ ਕੋਲ ਪੂਰਾ ਮੁਨਾਫਾ ਨਹੀਂ। ਉਹ ਕਹਿੰਦੇ ਫਿਰ ਜਿੰਨੇ ਦਾ ਮਰਜ਼ੀ ਵੇਚ ਲਓ। ਹੋਣਾ ਇਹ ਚਾਹੀਦਾ ਸੀ ਕਿ ਜੇਕਰ ਭਾਈ ਤੁਹਾਨੂੰ ਅਸੀਂ 3000 ਕਰੋੜ ਰੁਪਏ ਦੀ ਸਬਸਿਡੀ ਗ੍ਰਾਂਟ ਦਿੱਤੀ ਸੀ ਪਹਿਲਾਂ ਕਿ ਤੁਸੀਂ ਟੀਕਾ ਬਣਾਓ, ਕਿਹਾ ਤੇ ਦਿੱਤੀ ਸੀ ਗ੍ਰਾਂਟ। ਜੇ ਉਹ ਕਹਿੰਦੇ ਨੇ ਮੁਨਾਫਾ ਘੱਟਾ, ਹਾਲਾਂਕਿ ਉਹਨੇ ਕਿਹਾ ਮੁਨਾਫਾ ਹੁੰਦਾ 150 ਚ ਵੇਚ ਕੇ ਵੀ, ਪਰ ਜੇ 150 ਚ ਵੇਚ ਕੇ ਵੀ ਮੁਨਾਫਾ ਹੁੰਦਾ, ਕੀ ਆ ਮੁਨਾਫਿਆਂ ਦਾ ਸਮਾਂ ਹੈ? ਕੇਂਦਰ ਸਰਕਾਰ ਨੂੰ ਆਪਣੇ ਪੱਧਰ ਤੇ ਇਹ ਟੀਕੇ ਖਰੀਦ ਕੇ ਸੂਬਿਆਂ ਨੂੰ ਵੰਡਣੇ ਚਾਹੀਦੇ ਸੀ। ਤੇ ਹੋ ਕੀ ਰਿਹਾ ਕਿ GST ਵੀ ਵਸੂਲੀ ਜਾ ਰਹੀ ਹੈ। ਗਰੀਬ ਬੰਦਾ ਕਿੱਥੋਂ ਟੀਕਾ ਲਵਾਵੇ? ਆਖਰਕਾਰ ਮੌਤ ਦੇ ਮੂੰਹ ਵਿੱਚ ਜਾਊ। ਉਹ ਕਹਿੰਦੇ ਟੀਕੇ ਦਾਨ ਵਿੱਚ ਦਿੱਤੇ ਵੀ ਜਾ ਰਹੇ ਤੇ ਹੋਰ ਦੇਣੇ ਵੀ ਚਾਹੀਦੇ ਆ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਡਾਕਟਰ ਫੌਚੀ ਨੇ ਕਿਹਾ ਕਿ ਭਾਰਤ ਨੂੰ ਤੁਰੰਤ ਅਸਥਾਈ ਹਸਪਤਾਲ ਬਣਾ ਦੇਣੇ ਚਾਹੀਦੇ ਹੈ, ਜਿਸ ਤਰ੍ਹਾਂ ਕਰੀਬ 1 ਸਾਲ ਪਹਿਲਾਂ ਉਹ ਕਹਿੰਦੇ ਚੀਨ ਨੇ ਕੀਤਾ ਸੀ ਆਪਣੇ ਗੁਆਂਢੀ ਮੁਲਕ ਵੱਲ ਵੇਖੇ। ਉਹ ਕਹਿੰਦੇ ਤੁਹਾਨੂੰ ਅਜਿਹਾ ਕਰਨਾ ਹੀ ਹੋਵੇਗਾ। ਉਹਨਾਂ ਨੇ ਇੰਡੀਆ ਨੂੰ ਇਹ ਗੱਲ ਆਖੀ ਹੈ
ਕਹਿੰਦੇ ਤੁਸੀਂ ਹਸਪਤਾਲ ਵਿੱਚ ਬੈੱਡ ਨਾ ਹੋਣ ਤੇ ਲੋਕਾਂ ਨੂੰ ਗਲੀਆਂ ਵਿੱਚ ਮਰਨ ਵਾਸਤੇ ਛੱਡ ਦਿਓਗੇ? ਆਕਸੀਜਨ ਹੈ ਨਹੀਂ, ਹਾਲਤ ਨਾਜ਼ੁਕ ਬਣੇ ਹੋਏ ਨੇ, ਕਿ ਬਗੈਰ ਆਕਸੀਜਨ ਦੇ ਲੋਕਾਂ ਨੂੰ ਮਰਨ ਵਾਸਤੇ ਛੱਡ ਦਿਓਗੇ? ਉਹ ਕਹਿੰਦੇ ਮੇਰਾ ਮਤਲਬ ਇਹ ਹੈ ਕਿ ਲੋਕਾਂ ਨੂੰ ਆਕਸੀਜਨ ਦਾ ਨਾ ਮਿਲਣਾ ਇਹ ਦੁਖਦਾਈ ਹੈ। ਉਹਨਾਂ ਕਿਹਾ ਕਿ ਤੁਰੰਤ ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਗਿਣਤੀ, ਆਕਸੀਜਨ ਦੀ ਮਾਤਰਾ, ਪੀਪੀ ਕਿੱਟ ਅਤੇ ਹੋਰ ਮੈਡੀਕਲ ਦੀ ਸਪਲਾਈ ਬਹਾਲ ਕਰਨੀ ਚਾਹੀਦੀ ਹੈ ਸਰਕਾਰ, ਭਾਵੇਂ ਜਿਵੇਂ ਮਰਜ਼ੀ ਕਰੇ। ਉਹਨਾਂ ਨੇ ਇਸ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਦੇ ਵਾਸਤੇ ਇੱਕ ਵਾਰੀ ਫੇਰ ਆਖਿਆ ਕਿ ਜੇਕਰ ਹੋਰ ਉਪਾਅ ਹਾਲ ਦੀ ਘੜੀ ਨਹੀਂ ਕੀਤੇ ਜਾ ਸਕਦੇ, ਦੇਸ਼ ਪੱਧਰੀ ਤਾਲਾਬੰਦੀ ਤੇ ਵੀ ਤਾਂ ਕੰਮ ਕੀਤਾ ਜਾ ਸਕਦਾ, ਉਧਰ ਵੀ ਧਿਆਨ ਦਿੱਤਾ ਜਾ ਸਕਦਾ। ਪਰ ਵੇਖੋ ਕਿ ਭਾਰਤ ਸਰਕਾਰ ਉਹਨਾਂ ਦੀ ਇਹ ਸਲਾਹ ਤੇ ਗੌਰ ਕਰਦੀ ਹੈ, ਕਿਉਂਕਿ ਆਮ ਤੌਰ ਤੇ ਇੱਕ ਗੱਲ ਜਗਤ ਪ੍ਰਸਿੱਧ ਹੈ ਕਿ ਇਹ ਮੁਫਤ ਵਿੱਚ ਮਿਲ ਜਾਂਦੇ ਆ ਜਿਹਨੂੰ ਆਪਾਂ ਸਲਾਹ ਕਹਿੰਦੇ ਆ, ਪਰ ਜਿਹੜੀ ਚੀਜ਼ ਮੁਫਤ ਵਿੱਚ ਮਿਲੇ ਉਹਦੀ ਕਈ ਵਾਰੀ ਆਪਾਂ ਬਾਹਲੀ ਕਦਰ ਨਹੀਂ ਕਰਦੇ। ਪਰ ਉਹਨਾਂ ਨੇ ਜਿਹੜੀਆਂ ਗੱਲਾਂ ਆਖੀ ਨੇ ਸਾਰੀਆਂ ਜਾਇਜ਼ ਨੇ ਕਿ ਤਾਲਾਬੰਦੀ ਤੇ ਵੀ ਵਿਚਾਰ ਕੀਤਾ ਜਾ ਸਕਦਾ, ਪਰ ਲੋਕ ਭੁੱਖ ਨਾਲ ਨਹੀਂ ਮਰਨੇ ਚਾਹੀਦੇ। ਉਹਨਾਂ ਨੇ ਕਿਹਾ ਕਿ ਟੀਕੇ ਸਭ ਤੋਂ ਵੱਧ ਬਣਾਉਂਦਾ ਭਾਰਤ, ਪਰ ਭਾਰਤੀਆਂ ਨੂੰ ਟੀਕੇ ਨਹੀਂ ਮਿਲ ਰਹੇ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਹਸਪਤਾਲ, ਯੂਨੀਵਰਸਿਟੀਆਂ, ਬਹੁਤ ਸਾਰਾ ਇਸ ਤਰ੍ਹਾਂ ਦੇ ਵਿਦਿਆਲੇ ਨੇ ਜਿਹੜੇ ਇਸ ਵਕਤ ਬੰਦ ਕੀਤੇ ਪਏ ਆ, ਉੱਥੇ ਹਸਪਤਾਲ ਅਸਥਾਈ ਤੌਰ ਤੇ ਬਣਾ ਦੇਣੇ ਚਾਹੀਦੇ ਆ। ਵੇਖਦੇ ਹਾਂ ਕਿ ਭਾਰਤ ਸਰਕਾਰ ਉਹਨਾਂ ਦੀ ਇਸ ਸਲਾਹ ਦੇ ਉੱਤੇ ਗੌਰ ਕਰਦੀ ਜਾਂ ਨਹੀਂ। ਚੋਣਾਂ 5 ਸੂਬਿਆਂ ਵਿੱਚ ਹੋ ਗਈਆਂ। ਚੋਣ ਕਮਿਸ਼ਨ ਨੂੰ ਵੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ, ਕਈ ਅਦਾਲਤਾਂ ਨੇ ਵੀ ਇਸ ਦੇ ਉੱਤੇ ਸਖਤ ਟਿੱਪਣੀਆਂ ਕੀਤੀਆਂ ਸੀ। ਹੁਣ ਕਾਂਗਰਸ ਦੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ। ਪਤਾ ਲੱਗਿਆ ਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ। ਬੈਠਕ ਦੇ ਵਿੱਚ 5 ਸੂਬਿਆਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ, ਪਾਰਟੀ ਦੀ ਹਾਰ ਹੋਈ, ਉਹ 'ਤੇ ਚਿੰਤਨ ਮੰਥਨ ਕੀਤਾ ਗਿਆ। ਵਰਕਿੰਗ ਕਮੇਟੀ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਨੇ, ਉਹਨਾਂ ਤੋਂ ਇਲਾਵਾ ਇੱਕ ਐਂਟਨੀ ਨੇ, ਤੇ ਨਾਲ ਇਹ ਪਾਰਟੀ ਦਾ ਇੱਕ ਨਾਰਾਜ਼ ਧੜਾ ਹੈ ਜਿਹਨੂੰ G23 ਕਹਿੰਦੇ ਆ, ਉਹਦੇ ਗੁਲਾਮ ਨਬੀ ਆਜ਼ਾਦ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਪਿਛਲੀ ਬੈਠਕ ਦੇ ਵਿੱਚ ਕੇਂਦਰੀ ਚੋਣ ਅਧਿਕਾਰੀ ਨੇ 23 ਜੂਨ ਨੂੰ ਵੋਟਾਂ ਦੀ ਤਰੀਕ ਦਿੱਤੀ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਖਿਆ ਹੈ ਕਿ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਅਸਫਲਤਾਵਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਸਹੀ ਸਬਕ ਲੈਣ ਦੀ ਜ਼ਰੂਰਤ ਹੈ, ਸੱਚਾਈ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਾਨੂੰ ਸਪਸ਼ਟ ਰੂਪ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਕਿ ਕੇਰਲ ਤੇ ਅਸਾਮ ਦੇ ਵਿੱਚ ਸਾਡੀਆਂ ਕਿਹੜੀਆਂ ਕਮਜ਼ੋਰੀਆਂ ਨੇ ਸਾਨੂੰ ਹਰਾਇਆ। ਪੱਛਮੀ ਬੰਗਾਲ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਅਸੀਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇੰਡੀਆ ਦੀ ਸਭ ਤੋਂ ਪੁਰਾਣੀ ਵੱਡੀ ਪੋਲੀਟੀਕਲ ਪਾਰਟੀ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਖਾਤਾ ਤੱਕ ਨਾ ਖੋਲ੍ਹ ਸਕੀ। ਉਹ ਕਹਿੰਦੇ ਇਹਦੇ ਤੇ ਸਾਨੂੰ ਸੋਚਣਾ ਪਊਗਾ। ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਨੂੰ ਸਬਕ ਦੇਣ ਵਾਲੇ ਹੈ, ਪਰ ਜੇ ਅਸੀਂ ਸੱਚਾਈ ਦਾ ਸਾਹਮਣਾ ਨਹੀਂ ਕਰਦੇ ਤਾਂ ਹਾਰਾਂ ਹੋਰ ਹੋਣਗੀਆਂ। ਜੇ ਤੱਥਾਂ ਨੂੰ ਸਾਹਮਣੇ ਨਹੀਂ ਰੱਖਦੇ, ਜੇ ਸਹੀ ਸਬਕ ਨਹੀਂ ਲਵਾਂਗੇ, ਫਿਰ ਪੱਲੇ ਕੱਖ ਨਹੀਂ ਪੈਣਾ। ਇਸ ਬੈਠਕ ਦੇ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਵਿੱਚ ਵੈਕਸੀਨ ਨੂੰ ਲੈ ਕੇ ਵੀ ਮੋਦੀ ਸਰਕਾਰ ਤੇ ਨਿਸ਼ਾਨੇ ਵਿੰਨੇ। ਸੋਨੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ ਹੈ ਅਤੇ ਸੂਬਿਆਂ ਤੇ ਟੀਕਾਕਰਨ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਸਾਰੇ ਸੂਬਿਆਂ ਨੂੰ ਵੈਕਸੀਨ ਉਪਲਬਧ ਕਰਵਾਉਣੀ ਆਰਥਿਕ ਰੂਪ ਵਿੱਚ ਜ਼ਿਆਦਾ ਨਿਆਂਸੰਗਤ ਹੋਣੀ ਸੀ। ਉਹਨਾਂ ਆਖਿਆ ਕਿ ਅਸੀਂ ਸਾਰੇ ਕੋਵਿਡ-19 ਨਾਲ ਇਸ ਵਕਤ ਰੁੱਝੇ ਹੋਏ ਹਾਂ। ਇਹ ਬੈਠਕ ਚੋਣ ਨਤੀਜਿਆਂ ਤੇ ਚਰਚਾ ਲਈ ਬੁਲਾਈ ਗਈ ਸੀ, ਇਹ ਕਹਿਣ ਲਈ ਕਿ ਅਸੀਂ ਡੂੰਘਾਈ ਤੋਂ ਨਿਰਾਸ਼ ਹਾਂ। ਸਮਝ ਬਣਾਉਣੀ ਹੈ, ਪਰ ਮੈਂ ਹਰ ਪਹਿਲੂ ਨੂੰ ਦੇਖਣ ਤੇ ਬਹੁਤ ਜਲਦ ਰਿਪੋਰਟ ਕਰਨ ਲਈ ਇੱਕ ਛੋਟਾ ਜਿਹਾ ਗਰੁੱਪ ਸਥਾਪਿਤ ਕਰਨ ਦਾ ਇਰਾਦਾ ਰੱਖਦੀ ਹਾਂ। ਪਰ ਹੁਣ ਜੇ ਇਸ ਖਬਰ ਤੇ ਟਿੱਪਣੀ ਕਰਨੀ ਹੋਵੇ, ਜੇ ਬੀਬਾ ਜੀ ਨੂੰ ਇਸ ਗੱਲ ਦੀ ਸਮਝ ਹੈ ਕਿ ਹਾਰੇ ਹੈ, ਜੇ ਇਹ ਵੀ ਪਤਾ ਕਿ ਸਾਡੀਆਂ ਕਮਜ਼ੋਰੀਆਂ ਕੀ ਨੇ, ਜੇ ਇਹ ਵੀ ਪਤਾ ਹੈ ਕਿ ਸੂਬਿਆਂ ਦੇ ਵਿੱਚ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ, ਜਿਸ ਤਰ੍ਹਾਂ ਪੱਛਮੀ ਬੰਗਾਲ ਤੋਂ ਉਹਨੇ ਆਪ ਹੀ ਜ਼ਿਕਰ ਕਰ ਲਿਆ ਕਿ ਅਸੀਂ ਖਾਤਾ ਨਾ ਖੋਲ੍ਹ ਸਕੇ, ਪਾਂਡੂਚੇਰੀ ਹੱਥਾਂ ਵਿੱਚੋਂ ਖਿਸਕ ਗਈ, ਤੇ ਕਈ ਹੋਰ ਸੂਬੇ ਜੇ ਆਹੀ ਖਾਲ ਰਿਹਾ ਨਾ, ਖਿਸਕ ਫੇਰ ਜਾਣਗੇ। ਪੁੱਤਰ ਮੋਹ ਤਿਆਗਣਾ ਪਏਗਾ, ਪਰਿਵਾਰਵਾਦ ਤੋਂ ਉੱਪਰ ਉੱਠਣਾ ਪਏਗਾ। ਜਿਹੜੇ ਲੋਕ ਕਾਬਲ ਨੇ ਉਹਨਾਂ ਦੇ ਹੱਥ ਪਾਰਟੀ ਦੀ ਵਾਂਗਡੋਰ ਦੇਣੀ ਪਏਗੀ, ਪਰ ਜੇ ਨਹੀਂ ਤਾਂ ਫਿਰ ਅੱਜ ਇਹ ਹਾਲ ਪੱਛਮੀ ਬੰਗਾਲ ਵਿੱਚ ਪਾਰਟੀ ਦਾ ਹੋਇਆ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸੂਬਿਆਂ ਵਿੱਚ ਵੀ ਇਹ ਹਾਲ ਹੀਲਾ ਹੋ ਸਕਦਾ ਹੈ। ਕਦੇ ਇਹ ਪਾਰਟੀ ਵੀ 300 ਵੱਧ ਲੋਕ ਸਭਾ ਦੇ ਵਿੱਚ ਸੀਟਾਂ ਜਿੱਤਦੀ ਰਹੀ ਹੈ, ਤੇ ਅੱਜ ਮਿੰਨੀ ਬੱਸ ਦੀਆਂ ਜੇ ਸਵਾਰੀਆਂ ਬਣੀਆਂ ਤਾਂ ਇਹਦੇ ਪਿੱਛੇ ਝਾਤ ਮਾਰਨੀ ਪਏਗੀ ਕਿ ਕਿਉਂ ਪਾਰਟੀ ਲਗਾਤਾਰ ਖੜਦੀ ਤੇ ਖੁਰਦੀ ਜਾ ਰਹੀ ਹੈ। ਅਗਲੀ ਕਹਾਣੀ, ਬਹੁਤ ਸਾਰੇ ਹਾਲੇ ਵੀ ਲੋਕ ਨੇ ਜਿਹੜੇ ਕਹਿੰਦੇ ਆ ਕਿ ਕੋਵਿਡ ਹੈ ਕੋਈ ਨਹੀਂ।
ठीक है, हो सकता है कि उन्होंने इम्यूनिटी इन्नी स्ट्रोंग होवे, उन्होंने कुछ कहती ना होवे, पर जे एक मुल्क विच हुंदा ते फिर आपां मनदे। दुनिया भर विच हाहाकार ते दुनिया भर विच पाबंदियां, जिथे दुनिया भर दे विच कोविड का प्रकोप ते उहदे कारण पाबंदियां ने, उत्थे भारत दे विच भी कहर। भारत के ਵੱਖੋ-ਵੱਖ सूबियां दे विच ਵੱਖੋ-ਵੱਖ तरह की स्थिति। यूपी का गाजियाबाद दे विच एक सोसाइटी, उत्थों बेहद अफसोसनाक मामला, दर्दनाक मामला सामने आया है। एक फ्लैट के विच रहने वाले परिवार के विचों 6 मैंबरां दे विचों 4 मैंबरां दी इस बीमारी कारण मौत हो गई है। परिवार दे विच हुण सिर्फ 8 ते 6 वरियां दीयां 2 धीआं धियाणियां रह गईयां ने, बच्चियां रह गईयां ने। गाजियाबाद के क्रॉसिंग रिपब्लिक इलाके की एक सोसाइटी का यह मामला है, तो बहुता लंबा समा नहीं, सिर्फ 11 दिनों के अंदर अंदर एक ही परिवार के 4 जी मौत के मुँह में चले गए। घटना तो बाद इलाके विच सोसाइटी विच डर दा सहम दा माहौल है। असल दे विच जानकारी के अनुसार गाजियाबाद के क्रॉसिंग रिपब्लिक इलाके की पंचशील वलिंगटन सोसाइटी विच 67 वरियां के दुर्गेश, जिहड़े मूल रूप में जम्मू के रहने वाले सन, रिटायर्ड टीचर सन, उन्हां दे घर दे विच करोना ने दस्तक दी। वो एकांतवास भी रहे, उन्हां दा इलाज भी चल रहा सी, पर 27 अप्रैल नूं दुर्गेश प्रसाद की घर विच मौत हुई। उस तो बाद दुर्गेश के बेटे अते नूंह भी करोना तो पीड़ित हो गए। दोवां नूं ग्रेटर नोएडा के एक प्राइवेट हस्पताल विच भी भर्ती करवाया गया, जदों कि उन्हां दी पत्नी संतोष कुमारी भी करोना तो पीड़ित हो गई, जिन्हां नूं इलाज दे विच उन्हां नूं घर दे विच ही एकांतवास कर दिता गया। उत्थे ही हस्पताल विच इलाज दौरान 4 मई नूं दुर्गेश के बेटे अश्वनी की मौत हो गई। उस तो बाद 5 मई नूं दुर्गेश प्रसाद की पत्नी संतोष कुमारी की मौत हो गई। इत्थे ही गल नहीं रुकी। इहदे तो बाद दुर्गेश की नूंह निर्मला, उन्हां दी 7 मई वाले दिन हस्पताल विच इलाज अधीन मौत हो गई, इलाज दौरान मौत हो गई। इस पूरे परिवार दे विच सिर्फ अश्वनी अते निर्मला दीयां 2 मासूम बच्चियां रह गईयां ने। हुण तुसीं देखो कि 6 ते 8 वरियां दीयां 2 धीआं, हुण जेकर उस परिवार नूं कोई जाके पुछे कि भाई करोना है, वो तो कोठे चढ़ चढ़ के दहाई पाउणगे कि हाँ है। 11 दिनों के अंदर अंदर एक ही परिवार के दादा दादी ते इन्हां धीआं दे माँ ते बाप वो भी जहान तो रुखसत। आ बीते दिन ही तुहाडे नाल तकीपुर दी लौंगोवाल के नेड़े का पिंड है, उस परिवार की खबर सुनाई सी। ये खबर नूं खबर ही ना समझिया करो। मैं तो अरदास करदा परमात्मा अगे कि इस महामारी का छेती खात्मा होवे, पर अज असीं खबरां दे रहे हैं, कल नूं असीं भी खबर बन सकते हैं। इस गल नूं ध्यान विच रखिया करिए। अगली जिहड़ी खबर है, हुण मौतां दा मंजर बड़ा डरावना है। संस्कार वास्ते लकड़ां घट पै रहीआं ने। पहिलां तुहाडे नाल बीते दिनी खबरां साझीआं कीतीआं सी कि शमशान घाट दे विच लाइनां लगियां होईआं ने, कतारां। आपां अगे वेखदे सी कि कोई टिकट खरीदनी आ तां लाइन च लग जांदे सी, लोग राशन डिपू ते जांदे सी तां लाइन च लग जांदे सी, पर कदी नहीं सी सुनिया कि लाशां लाइनां विच लगियां होण। कदी नहीं सी सुनिया कि अपने अपनिਆਂ ਦੀਆਂ लाशां छड्ड के तुर रहे होण कि जदों समा मिलिਆ संस्कार तुसीं आप ही करदे हो। पर हुण ਇਹਦੇ ਤੋਂ भी अगला अध्याय शुरू हो गया कि मौतां भी हो रही ने, मौतां की गिणती भी वध रही है। जदों लकड़ां नहीं मिल रही तो लोग अपणिਆਂ ਨੂੰ नदियां विच सुੱਟ के जा रहे हैं। अंकड़िਆਂ ਦੇ ਵਿੱਚ सरकारां हेर-फेर कर रही ने। मैं तुहाडे नाल बीते दिनी खबर साझी कीती सी कि दस्सिया गया मौतां कोविड काਰਨ 9 होईआं ने, पर कोविड वाले प्रोटोकोल दे नाल लगभग 150 लोगों का संस्कार किया गया सी एक शहर च। ते नाल ये भी आख दिता गया सी शमशान घाटां वालिआं नूं कि हुण ये इंदराज नहीं करना कि इस बंदे की मौत किवें होई है। अंकड़िਆਂ ਦੇ ਵਿੱਚ हेर-फेर किया जा सकता है। असीं महामारी तो मुख भी मोड़ सकते हैं कि है नहीं, पर आ जिहड़ी खबर मैं तुहाडे नाल साझी करन लग्गिआ ये तो कुछ होर दस रही है। बक्सर के चौसा दे विच महादेव घाट ते रुड़ के अनेकां लाशां आईआं ते इह त्रासदी नूं बयान कर रही ने। हुण जदों बक्सर के चौसा दे विच महादेव घाट ते नदी के किनारे लाशां रुड़ के आ गईआं, इंसानीयत नूं शर्मसार कर रही सी। राजनीति वाले लोगों ने तो राजनीति करनी, उन्होंने इन्हां ते भी राजनीति करनी शुरू कर दी। जिला प्रशासन ने इस मामले ते पल्ला झाड़ दिता। वो कहंदे ये बिहार जां बक्सर दियां नहीं, सगों यूपी तो लाशां नदी विच रुड़ के इत्थे आईआं होणगीआं। महादेव घाट दे विच लगातार जिद्ध नूं नज़र मारदा लोक लाशां नज़र आ रही ने। कुछ तस्वीरां भी साडे कोल ने
ਹੋ ਸਕਦਾ ਤੁਹਾਨੂੰ ਪਰੇਸ਼ਾਨ ਕਰ ਦੇਣ, ਪਰ ਲੱਗਦਾ ਹੈ ਕਿ ਲਾਸ਼ਾਂ ਨੇ ਮਹਾਦੇਵ ਘਾਟ ਨੂੰ ਪੂਰੀ ਤਰ੍ਹਾਂ ਢੱਕ ਲਿਆ। ਹਾਲਾਂਕਿ ਜਿਉਂ ਹੀ ਇਸ ਸਥਾਨ ਦੀ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ, ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ ਖੜੇ ਹੋ ਗਏ ਕਿ ਲਾਸ਼ਾਂ ਹੀ ਲਾਸ਼ਾਂ ਨੇ। ਜਵਾਬ ਇਹਦੇ ਉੱਤੇ ਗੋਲ ਮੋਲ ਦੇਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਚੌਸਾ ਦੇ ਵੀਡੀਓ ਨੇ ਦੱਸਿਆ ਕਿ ਲਗਭਗ 40 ਤੋਂ 45 ਲਾਸ਼ਾਂ ਘਾਟ ਤੇ ਨਜ਼ਰ ਆ ਰਹੀਆਂ ਨੇ। ਉਹ ਕਹਿੰਦੇ ਇੱਥੋਂ ਦੀਆਂ ਨਹੀਂ, ਪਰ ਹੋਰ ਥਾਵਾਂ ਤੋਂ ਰੁੜ ਕੇ ਆਈਆਂ ਨੇ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਬਿਹਾਰ ਦੇ ਲੋਕਾਂ ਦੀਆਂ ਲਾਸ਼ਾਂ ਹੀ ਨਹੀਂ। ਸਮਝ ਤੋਂ ਗੱਲ ਬਾਹਰ ਦੀ ਸੀ ਕਿ ਤੁਸੀਂ ਉਹਨਾਂ ਦਾ ਕਿਵੇਂ DNA ਕਰ ਲਿਆ। ਤੁਹਾਨੂੰ ਦੇਖਣ ਤੋਂ ਬਾਹਰ ਖੜਿਆਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਲਾਸ਼ਾਂ ਬਿਹਾਰ ਦੇ ਲੋਕਾਂ ਦੀਆਂ ਨਹੀਂ। ਸਾਡੀ ਚਮੜੀ ਇੱਕੋ, ਸਾਡਾ ਰੰਗ ਇੱਕੋ। ਕਿਵੇਂ ਆਖਿਆ ਜਾ ਸਕਦਾ ਕਿ ਲਾਸ਼ਾਂ ਬਿਹਾਰ ਦੇ ਲੋਕਾਂ ਦੀਆਂ ਨਹੀਂ? ਚਲੋ ਮੰਨ ਲੈਂਦੇ ਹਾਂ ਕਿ ਯੂਪੀ ਤੋਂ ਰੁੜ ਕੇ ਆ ਗਈਆਂ। ਇਹਦਾ ਮਤਲਬ ਯੂਪੀ ਦੇ ਵਿੱਚ ਵੀ ਗੋਲਮਾਲ ਹੈ। ਦੱਸਿਆ ਨਹੀਂ ਜਾ ਰਿਹਾ ਕਿ ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਉਹ ਕਹਿੰਦੇ ਹੁਣ ਅਸੀਂ ਇਸ ਘਾਟ ਤੇ ਚੌਕੀਦਾਰ ਤਾਇਨਾਤ ਕਰ ਦਿੱਤਾ ਤਾਂ ਕਿ ਲਾਸ਼ਾਂ ਦਾ ਉਚਿਤ ਤਰੀਕੇ ਨਾਲ ਅਸੀਂ ਸੰਸਕਾਰ ਕਰ ਸਕੀਏ। ਭਾਵੇਂ ਲਾਸ਼ਾਂ ਯੂਪੀ ਤੋਂ ਰੁੜ ਕੇ ਆ ਰਹੀਆਂ ਨੇ, ਪਰ ਕਹਿੰਦੇ ਇੱਥੇ ਯੂਪੀ ਤੋਂ ਵੀ ਜਿਹੜੀਆਂ ਲਾਸ਼ਾਂ ਹੁਣ ਰੁੜ ਕੇ ਘਾਟ ਤੇ ਪਹੁੰਚ ਰਹੀਆਂ ਨੇ, ਇਹਦਾ ਪਿੱਛੋਂ ਰੋਕਿਆ ਤਾਂ ਨਹੀਂ ਜਾ ਸਕਦਾ। ਇਹਦਾ ਉਪਾਅ ਕੋਈ ਨਹੀਂ ਕਿ ਇੱਥੇ ਲਾਸ਼ਾਂ ਨੂੰ ਆਉਣ ਤੋਂ ਰੋਕਿਆ ਜਾ ਸਕੇ। ਪਰ ਹਾਂ, ਜੇ ਇਸ ਘਾਟ ਤੇ ਅਸੀਂ ਲਾਸ਼ਾਂ ਦੇਖਾਂਗੇ, ਅਸੀਂ ਉਹਨਾਂ ਨੂੰ ਬਾਹਰ ਕੱਢਾਂਗੇ ਅਤੇ ਉਚਿਤ ਤਰੀਕੇ ਨਾਲ ਇੱਕ ਵਿਵਸਥਾ ਬਣਾਵਾਂਗੇ ਤਾਂ ਕਿ ਉਹਨਾਂ ਦਾ ਸੰਸਕਾਰ ਕੀਤਾ ਜਾ ਸਕੇ। ਹੁਣ ਖਬਰਾਂ ਤਾਂ ਇਸ ਤਰ੍ਹਾਂ ਦੀਆਂ ਅੱਜ ਬਹੁਤ ਨੇ, ਲਗਭਗ ਹਰ ਸੂਬੇ 'ਚੋਂ ਨੇ, ਪਰ ਫਿਰ ਤੁਸੀਂ ਕਹਿਣਾ ਕਿ ਸਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਆ ਗਈਆਂ। ਪਰ ਅਸੀਂ ਫਿਰ ਕਹਿਣਾ ਕਿ ਮਹਾਮਾਰੀ ਤੋਂ ਮੂੰਹ ਨਾ ਮੋੜੀਏ, ਸਾਵਧਾਨੀਆਂ ਵਰਤੀਏ। ਸ਼ਹਿਰਾਂ ਤੋਂ ਪਿੰਡਾਂ ਤੱਕ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਜਿੰਨੀਆਂ ਸਾਵਧਾਨੀਆਂ ਵਰਤ ਸਕਦੇ ਹਾਂ, ਆਪਣੇ ਆਪ ਨੂੰ, ਮਨੁੱਖਤਾ ਨੂੰ ਬਚਾਉਣ ਦੇ ਵਾਸਤੇ ਹਰ ਹੀਲਾ ਵਸੀਲਾ ਵਰਤ ਕੇ ਦੇਖੀਏ। ਬੜੀਆਂ ਮੁਸੀਬਤਾਂ ਦੁਨੀਆ ਤੇ ਆਈਆਂ ਨੇ, ਪਰ ਲੋਕਾਂ ਨੇ ਜਿੱਤੀਆਂ ਨੇ। ਮਨ ਜੀਤੇ ਜਗ ਜੀਤ ਹੈ, ਜਿੱਤਣੀਆਂ ਇਹ ਵੀ ਹੈ। ਅੱਜ ਨਹੀਂ ਤੇ ਭਲਕੇ ਇਹ ਜਿੱਤੀ ਜਾਣੀ ਹੈ। ਤੇ ਅਗਲੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ। ਵੈਸੇ ਇਸ ਮਸਲੇ ਤੇ ਸਿਆਸਤ ਹੋਣੀ ਨਹੀਂ ਸੀ ਚਾਹੀਦੀ, ਪਰ ਹੋ ਰਹੀ ਹੈ। ਬੇਅਦਬੀ ਕਾਂਡ ਦੇ ਉੱਤੇ, ਬੇਅਦਬੀ ਕਾਂਡ ਤੋਂ ਬਾਅਦ ਗੋਲੀ ਕਾਂਡ ਦੇ ਉੱਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਗਾਤਾਰ ਜੇਕਰ ਕੋਈ ਬੋਲ ਰਿਹਾ ਹੈ ਤਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਹੈ। ਉਹਨਾਂ ਨੇ ਫਿਰ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਹੈ। ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਉਹ ਲਗਾਤਾਰ ਹਮਲੇ ਬੋਲ ਰਹੇ ਨੇ। ਉਹਨਾਂ ਨੇ ਇੱਕ ਵਾਰੀ ਫਿਰ ਲਿਖਿਆ ਕਿ ਗੁਰੂ ਤੋਂ ਬੇਮੁਖ ਹਾਕਮਾਂ ਦੀ ਬਦਨੀਅਤ ਜਗ ਜ਼ਾਹਰ ਹੈ। ਬੀਤੇ 4.5 ਸਾਲ ਤੱਕ ਕਿਸੇ ਹਾਈ ਕੋਰਟ ਨੇ ਨਹੀਂ ਸੀ ਰੋਕਿਆ। ਜਦੋਂ DGP ਜਾਂ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਤੇ ਰੋਕ ਲੱਗੀ ਤਾਂ ਘੰਟਿਆਂ 'ਚ ਹੀ ਹੁਕਮਾਂ ਨੂੰ ਉੱਪਰਲੀ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਗਈ। ਇਹ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿ ਆਹ ਜਿਹੜਾ DGP ਨਿਯੁਕਤ ਕਰ ਦਿੱਤਾ ਕਿ ਇਹਦੇ ਤੋਂ ਸੀਨੀਅਰ ਬੰਦੇ ਬੈਠੇ ਸੀ। ਉਹਨਾਂ ਦਾ ਕਹਿਣ ਦਾ ਭਾਵ ਕਿ ਸੁਪਰੀਮ ਕੋਰਟ ਜਾ ਵੜੇ ਸੀ, ਅੱਗੇ ਚੁਣੌਤੀਆਂ ਦੇ ਦਿੱਤੀਆਂ ਸੀ। ਪ੍ਰਿੰਸੀਪਲ ਸਕੱਤਰ ਵੇਲੇ ਵੀ ਇੰਝ ਹੀ ਹੋਇਆ ਸੀ। ਉਹ ਕਹਿੰਦੇ ਹੁਣ ਕਿਉਂ ਨਹੀਂ ਦਿੱਤੀ? ਸਵਾਲ ਉਠਾਇਆ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ। ਪਹਿਲਾਂ ਪਹਿਲ ਇਸ ਲੜਾਈ ਦੀ ਸ਼ੁਰੂਆਤ ਗੋਲਮੋਲ ਜਿਹੇ ਤਰੀਕੇ ਨਾਲ ਕੀਤੀ ਸੀ, ਪਰ ਹੁਣ ਨਾਂ ਲੈ ਕੇ ਕਰ ਰਹੇ ਹੈ। ਉਹ ਕਹਿੰਦੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਤੁਸੀਂ ਹਾਈ ਕੋਰਟ ਦੇ ਹੁਕਮਾਂ ਤੇ ਤਿੱਖੇ ਸਵਾਲ ਕੀਤੇ, ਫਿਰ ਪਿਛਲੇ ਦਰਵਾਜ਼ੇ ਰਾਹੀਂ ਅਦਾਲਤ ਦੇ ਹੁਕਮਾਂ ਨੂੰ ਤੁਸੀਂ ਮੰਨ ਵੀ ਲਿਆ। ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਫਿਰ ਸਾਂਝੀ ਕੀਤੀ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਹਾਈ ਕੋਰਟ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਆਖ ਰਹੇ ਨੇ ਕਿ ਜੇਕਰ ਹਾਈ ਕੋਰਟ ਦੇ ਇਸ ਫੈਸਲੇ ਦੀ 90 ਪੰਨਿਆਂ ਦੀ ਰਿਪੋਰਟ ਪੜ੍ਹੀ ਜਾਵੇ ਤਾਂ ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਫੈਸਲਾ ਇੱਕ ਤਰਫ ਹੈ, ਇਹ ਸਿਆਸਤ ਤੋਂ ਪ੍ਰੇਰਿਤ ਹੈ। ਉਹ ਕਹਿੰਦੇ ਮੁੱਖ ਮੰਤਰੀ ਆਖ ਰਹੇ ਹੈ ਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹੈ। ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਟਵੀਟ ਕਰਕੇ ਹਮਲਾ ਬੋਲਿਆ ਸੀ, ਜਿਸ ਦੇ ਵਿੱਚ ਉਹਨਾਂ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ਤੇ ਸਹਿਮਤੀ ਹੈ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਇੱਥੇ ਹੀ ਬਸ ਨਹੀਂ, ਸਿੱਧੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਅਫਸਰਸ਼ਾਹੀ ਅਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਦੇ ਮੁਤਾਬਕ ਕੰਮ ਕਰ ਰਹੀ ਹੈ। ਸਰਕਾਰ ਲੋਕ ਭਲਾਈ ਲਈ ਨਹੀਂ, ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ। ਆਹ ਜਿਹੜਾ ਉਹਨਾਂ ਨੇ ਟਵੀਟ ਕੀਤਾ ਤੇ ਫਿਰ ਫੇਸਬੁੱਕ ਦੇ ਉੱਤੇ ਵੀ ਪੋਸਟ ਪਾਈ ਹੈ, ਉਹਦੇ ਵਿੱਚੋਂ ਇੱਕ ਗੱਲ ਪੜ੍ਹਿਓ। ਉਹ ਤੇ ਲਿਖਿਆ ਹੋਇਆ ਕਿ ਸਾਡੀ ਪਾਰਟੀ ਦੇ ਬਹੁਤੇ ਵਿਧਾਇਕ ਇਸ ਗੱਲ ਨਾਲ ਸਹਿਮਤ ਨੇ। ਕਿਹੜੀ ਨਾਲ? ਜਿਹੜੀ ਗੱਲ ਨਾਲ ਸਿੱਧੂ ਇਤਫਾਕ ਰੱਖ ਰਹੇ ਨੇ, ਜਾਂ ਇਹ ਕਹਿ ਦਈਏ ਜਿਹੜੀ ਗੱਲ ਸਿੱਧੂ ਆਖ ਰਹੇ ਨੇ
ਸਿੱਧੂ ਨਾਲ ਉਹ ਇਤਫਾਕ ਰੱਖ ਰਹੇ ਨੇ। ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਹੁਣ ਲਗਾਤਾਰ ਇਸ ਮਾਮਲੇ ਨੂੰ ਸਿੱਧੂ ਨੇ ਸ਼ੁਰੂ ਕੀਤਾ, ਪ੍ਰਗਟ ਸਿੰਘ ਰਲਿਆ, ਬਾਅਦ ਦੇ ਵਿੱਚ ਹੁਣ ਅੱਜ ਮਾਮਲਾ ਕਿੱਥੇ ਖੜਾ ਹੈ? ਕੈਪਟਨ ਸਰਕਾਰ ਭਾਵ ਪੰਜਾਬ ਸਰਕਾਰ ਤੇ ਕਾਂਗਰਸ ਦੇ ਵਿਚਕਾਰ ਵੱਡਾ ਸੰਕਟ, ਬੱਦਲ ਮੰਡਰਾ ਗਏ ਹੈ। ਕੈਪਟਨ ਦੀ ਕੁਰਸੀ ਦੇ ਪਾਵੇ ਹਿੱਲਣ ਲੱਗ ਪਿਆ, ਚੂਲਾਂ ਢਿੱਲੀਆਂ ਹੋ ਗਈਆਂ ਨੇ। ਹੋਇਆ ਕਿੱਥੋਂ? ਹੋਇਆ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀकांड ਦੀ ਜਾਂਚ ਰੱਦ ਕੀਤੀ। ਉਹਦੇ ਫੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਵੀ ਤੇ ਵਿਰੋਧੀਆਂ ਦੇ ਵਿੱਚ ਵੀ ਹਿਲਚੁਲ ਹੋਈ। ਪਾਰਟੀ ਵੱਡੇ ਸੰਕਟ ਦੇ ਵਿੱਚ ਧਸ ਗਈ ਹੈ, ਫਸ ਗਈ ਹੈ। ਇਸ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਉਹਦੇ ਕੈਂਪਸ ਦੇ ਵਿੱਚ ਤਾਂ ਖੁੱਲੀ ਜੰਗ ਸ਼ੁਰੂ ਹੋਈ ਸੀ, ਪਰ ਹੁਣ ਇਹ ਪੰਜਾਬ ਕਾਂਗਰਸ ਨੂੰ ਸਮੁੱਚੀ ਨੂੰ ਆਪਣੇ ਵਿੱਚ ਲਪੇਟ ਚੁੱਕੀ ਹੈ। ਹੁਣ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕੱਲਾ ਤੁਰਿਆ ਤੇ ਹੁਣ ਪਾਰਟੀ ਸੰਪੂਰਨ ਰੂਪ ਵਿੱਚ ਦੋ ਹਿੱਸਿਆਂ ਵਿੱਚ ਵੰਡੀ ਗਈ। ਸੀਨੀਅਰ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਵੱਲੋਂ ਤੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਤੁਹਾਨੂੰ ਚੇਤਾ ਹੋਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੀਟਿੰਗ ਦੇ ਵਿੱਚ ਅਸਤੀਫੇ ਦੇ ਦਿੱਤੇ ਗਏ ਸੀ। ਅਸਤੀਫਿਆਂ ਦੇ ਘਟਨਾਕ੍ਰਮ ਤੋਂ ਬਾਅਦ ਮਾਮਲਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਨਵਜੋਤ ਸਿੰਘ ਸਿੱਧੂ ਹਰ ਦਿਨ ਸਿੱਧੂ ਨੂੰ ਪਤਾ ਨਹੀਂ ਕਿੱਥੋਂ ਮਾਮਲੇ ਉਹ ਕੱਢ ਕੇ ਲਿਆਉਂਦੇ ਨੇ। ਹਰ ਰੋਜ਼ ਟਵੀਟ ਕਰਦੇ ਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲੈਂਦੇ ਆ। ਤੇ ਹੁਣ ਮੁੱਖ ਮੰਤਰੀ ਨੂੰ ਨਵੀਂ ਸਿੱਟ ਬਣਾਉਣ ਤੋਂ ਬਾਅਦ ਕੋਟਕਪੂਰਾ ਗੋਲੀकांड ਦੀ ਜਾਂਚ ਹੈ ਜਿਹੜੀ ਭਾਵੇਂ ਉਹ ਸ਼ੁਰੂ ਕਰ ਦਿੱਤੀ ਗਈ ਹੈ, ਇਹਦੇ ਬਾਵਜੂਦ ਕਈ ਸੀਨੀਅਰ ਮੰਤਰੀ, ਕਈ ਸੰਸਦ ਮੈਂਬਰ, ਕਈ ਵਿਧਾਇਕ ਤੇ ਕਈ ਹੋਰ ਆਗੂ ਸੰਤੁਸ਼ਟ ਨਹੀਂ ਜਾਪ ਰਹੇ। ਉਹ ਲਗਾਤਾਰ ਮੀਟਿੰਗਾਂ ਸ਼ੁਰੂ ਕਰ ਲਈਆਂ ਨੇ ਉਹਨਾਂ ਨੇ। ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿੱਥੇ 3 ਮੰਤਰੀ ਜਿਨ੍ਹਾਂ ਵਿੱਚ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਅਤੇ ਗੁਰਪ੍ਰੀਤ ਕਾਂਗੜ ਅੱਜ ਖੁੱਲ੍ਹੇਆਮ ਗੋਲੀकांड ਦੀ ਛੇਤੀ ਨਿਆਂ ਨੂੰ ਲੈ ਕੇ ਇੱਕ ਪਾਸੇ ਖੜੇ ਹੋ ਗਿਆ, ਭਾਵ ਕੈਪਟਨ ਦੇ ਵਿਰੋਧ ਵਿੱਚ ਖੜੇ ਹੋ ਗਿਆ ਤੇ ਆਪਣੀ ਚਿੰਤਾ ਪ੍ਰਗਟਾ ਰਿਹਾ। ਉੱਥੇ ਦੂਸਰੇ ਪਾਸੇ ਇਹ ਵੀ ਖਬਰ ਮਿਲ ਰਹੀ ਹੈ ਕਿ 3 ਮੰਤਰੀ ਉਹ ਵੀ ਖੁੱਲ੍ਹੇਆਮ, ਕਿਉਂਕਿ ਬਾਕੀ ਖੁੱਲ੍ਹੇਆਮ ਨਹੀਂ ਬੋਲ ਰਹੇ, ਜੇ 3 ਕੈਪਟਨ ਦੇ ਵਿਰੋਧ ਵਿੱਚ ਆ ਕੇ ਖੜੇ ਹੈ ਤਾਂ 3 ਖੁੱਲ੍ਹੇਆਮ ਕੈਪਟਨ ਦੇ ਹੱਕ ਵਿੱਚ ਖੜ ਗਏ ਹੈ। ਉਹਨਾਂ ਵਿੱਚ ਬ੍ਰਹਮ ਮਹਿੰਦਰਾ, ਉਹਨਾਂ ਵਿੱਚ ਸਾਧੂ ਸਿੰਘ ਧਰਮਸੋਤ, ਉਹਨਾਂ ਵਿੱਚ ਸੁੰਦਰ ਸ਼ਾਮ ਅਰੋੜਾ, ਇਹ ਕੈਪਟਨ ਦੀ ਖੁੱਲ੍ਹ-ਮ-ਖੁੱਲ੍ਹੀ ਹਮਾਇਤ ਕਰ ਰਿਹਾ, ਉਹਨਾਂ ਦੇ ਹੱਕ ਵਿੱਚ ਨਿੱਤਰ ਆਇਆ। ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਪਾਰਟੀ ਵਿੱਚੋਂ ਕੱਢਣ ਦੀ ਹਾਈ ਕਮਾਂਡ ਤੋਂ ਮੰਗ ਕਰ ਦਿੱਤੀ ਹੈ। ਪਾਰਟੀ ਵਿੱਚ ਅਨੁਸ਼ਾਸਨ ਕਾਇਮ ਕਰਨ ਦੀ ਮੰਗ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਖਬਰਾਂ ਸੀ ਕਿ ਪੰਚਕੂਲਾ ਦੇ ਵਿੱਚ ਕੁਝ ਮੰਤਰੀਆਂ, ਕੁਝ ਵਿਧਾਇਕਾਂ ਤੇ ਕੁਝ ਸਾਬਕਾ ਲੀਡਰਾਂ ਨੇ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੇ ਵਿੱਚ ਚਰਚਾ ਰਹੀ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਚੰਨੀ ਵੀ ਤੇ ਰੰਧਾਵਾ ਵੀ ਸ਼ਾਮਲ ਹੋਏ ਤੇ ਇਹਨਾਂ ਮੀਟਿੰਗਾਂ ਦੇ ਵਾਸਤੇ ਚੰਨੀ ਤੇ ਰੰਧਾਵਾ ਅਹਿਮ ਭੂਮਿਕਾ ਨਿਭਾਉਂਦੇ ਰਹੇ ਤੇ ਦੱਸਿਆ ਜਾ ਰਿਹਾ ਹੈ ਕਿ ਸਥਿਤੀ ਹੁਣ ਵੱਧ ਤੋਂ ਬੱਤਰ ਵੱਲ ਵੱਧ ਰਹੀ ਹੈ। ਪੰਜਾਬ ਕਾਂਗਰਸ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ ਤੇ ਖੁੱਲ੍ਹ-ਮ-ਖੁੱਲ੍ਹੇ ਇੱਕ ਦੂਸਰੇ ਦੀ ਵਿਰੋਧਤਾ ਵਿੱਚ ਆ ਗਏ ਹੈ। ਹੁਣ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਿਤੀ ਨੂੰ ਭਾਂਪਦਿਆਂ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਨੇ। ਹਾਲਾਂਕਿ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਕੁਝ ਕਰਦੇ ਨਹੀਂ ਸੀ। ਅੱਜ ਇਹ ਵੀ ਪਤਾ ਲੱਗਿਆ ਕਿ ਇਸ ਕੰਮ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨੇ ਭਰਤਿੰਦਰ ਸਿੰਘ ਚਾਹਲ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਗੱਲਬਾਤ ਕਰਨ ਵਾਸਤੇ ਭੇਜਿਆ ਗਿਆ। ਇਸ ਤਰ੍ਹਾਂ ਦੀ ਗੱਲਬਾਤ ਹੋਈ ਵੀ ਹੈ, ਪਰ ਵੇਰਵੇ ਨਹੀਂ ਮਿਲ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਦੂਸਰੇ ਪਾਸੇ ਮੀਟਿੰਗਾਂ ਦੇ ਸਿਲਸਿਲੇ ਤਹਿਤ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਅਤੇ ਕਾਂਗੜ ਦੇ ਨਾਲ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੱਲਬਾਤ ਕੀਤੀ ਹੈ। ਸਭ ਨੇ ਹਾਈ ਕੋਰਟ ਦੇ ਫੈਸਲੇ ਬਾਰੇ ਇੱਕ ਸਾਂਝੀ ਰਣਨੀਤੀ ਤੇ ਇਕਮੁੱਠਤਾ ਪ੍ਰਗਟਾਈ ਹੈ। ਚੋਣਾਂ ਨੇੜੇ ਆ ਗਈਆਂ। ਚੋਣਾਂ ਨੇੜੇ ਹੋਣ ਦੇ ਕਾਰਨ ਪਾਰਟੀ ਨੁਕਸਾਨ ਦੇ ਮੱਦੇਨਜ਼ਰ ਹਰ ਹਾਲਤ ਵਿੱਚ ਛੇਤੀ ਨਿਆਂ ਦੀ ਗੱਲ ਵੀ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਹਿੰਦੇ ਛੇਤੀ ਕੀਤੀ ਜਾਵੇ ਤਾਂ ਜੋ ਇਸ ਮਸਲੇ ਦਾ ਹੱਲ ਕੋਈ ਕੱਢਿਆ ਜਾ ਸਕੇ। ਦੂਸਰੇ ਪਾਸੇ ਦੱਸਣਾ ਬਣਦਾ ਹੈ ਕਿ ਭਾਵੇਂ ਪਾਰਟੀ ਹਾਈ ਕਮਾਂਡ ਦੇ ਵੱਲੋਂ ਪੰਜਾਬ ਕਾਂਗਰਸ ਤੇ ਪੰਜਾਬ ਸਰਕਾਰ ਦੀ ਸਥਿਤੀ ਤੇ ਪੂਰੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਪਰ ਹਾਲ ਦੀ ਘੜੀ ਹਾਈ ਕਮਾਂਡ ਚੁੱਪ ਹੈ। ਹੁਣ ਇਸ ਤਰ੍ਹਾਂ ਇਹ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਦਾ ਮਾਮਲਾ ਜੇ ਕੋਈ ਹੱਲ ਕਰ ਸਕਦਾ, ਸਿਰਫ ਤੇ ਸਿਰਫ ਉਹ ਹਾਈ ਕਮਾਂਡ ਹੱਲ ਕਰ ਸਕਦੀ ਹੈ ਕਾਂਗਰਸ ਦੀ, ਕਿਉਂਕਿ ਪਹਿਲਾਂ ਇਕੱਲਾ ਸਿੱਧੂ ਸੀ ਤੇ ਹੁਣ ਇਹ ਮਾਮਲਾ ਲਗਾਤਾਰ ਵਿਗੜ ਰਿਹਾ ਹੈ। ਹੁਣ ਬਾਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਇਹ ਵੀ ਪਤਾ ਲੱਗ ਰਿਹਾ ਹੈ, ਚਰਚਾ ਇਹ ਵੀ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਰਾਵਤ, ਉਹਨਾਂ ਦੀ ਥਾਂ ਤੇ ਪ੍ਰਿਯੰਕਾ ਗਾਂਧੀ
ਜਾਂ ਕਿਸੇ ਹੋਰ ਵੱਡੇ ਲੀਡਰ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਰ ਇਸ ਵੇਲੇ ਪੰਜਾਬ ਕਾਂਗਰਸ ਤੇ ਜਿਹੜੀ ਅੰਦਰਲੀ ਸਥਿਤੀ ਆ ਉਹ ਬੜੀ ਦਿਲਚਸਪ ਹੈ, ਕਈ ਮੋੜ ਲੈ ਰਹੀ ਹੈ ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੂਣੀ ਮੋੜ ਲਵੇਗੀ। ਕੁਰਸੀ ਨੂੰ ਖਤਰਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਖਤਰਾ ਇਹ ਹੋ ਗਿਆ ਹਾਈ ਕਮਾਂਡ ਨੂੰ ਕਿ ਹੋ ਸਕਦਾ ਕਿ ਜੇ ਆਹ ਸਥਿਤੀ ਬਣ ਗਈ 2022 ਦੇ ਵਿੱਚ ਕਿਤੇ ਸਾਡਾ ਹਾਸ਼ਰ ਹੋਰਨਾਂ ਸੂਬਿਆਂ ਵਾਲਾ ਨਾ ਹੋਵੇ। ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਸੇਫ ਕਿ ਪੰਜਾਬ ਸਾਡੇ ਹੱਥੋਂ ਜਾਵੇ ਨਾ, ਪੰਜਾਬ ਕਾਂਗਰਸ ਦੁਬਾਰਾ ਸਰਕਾਰ ਬਣਾ ਸਕਦੀ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਪਟਾਕਾ ਪੈ ਸਕਦਾ ਹੈ, ਪਰ ਅੰਦਰ ਖਾਤੇ ਕੋਸ਼ਿਸ਼ਾਂ ਇਹ ਨੇ ਕਿ ਜਿਹੜਾ ਪ੍ਰਿਯੰਕਾ ਗਾਂਧੀ ਨੂੰ ਇੰਚਾਰਜ ਬਣਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਪ੍ਰਿਯੰਕਾ ਗਾਂਧੀ ਦੇ ਨੇੜੇ ਨੇ ਨਵਜੋਤ ਸਿੰਘ ਸਿੱਧੂ। ਉਹਨਾਂ ਨੂੰ ਲੱਗਦਾ ਕਿ ਜਿਹੜਾ ਖਲਾਰਾ ਪੈ ਗਿਆ, ਸੋਨੀਆ ਗਾਂਧੀ ਹੋਰਾਂ ਦੇ ਨੇੜੇ ਨੇ ਕੈਪਟਨ ਅਮਰਿੰਦਰ ਸਿੰਘ, ਕਿ ਰਲ ਮਿਲ ਕੇ ਇੱਕ ਪਰਿਵਾਰ ਦਾ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਲੂ, ਦੂਸਰਾ ਪਰਿਵਾਰ ਦਾ ਜੀ ਨਵਜੋਤ ਸਿੰਘ ਸਿੱਧੂ ਨੂੰ ਮਨਾ ਲੂ। ਪਰ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਤੇ ਲੀਡਰ ਨੇ ਜਿਹੜੇ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਨਹੀਂ ਰੱਖਣਾ। ਪਰ ਹਾਈ ਕਮਾਂਡ ਹਾਲ ਦੀ ਘੜੀ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਉਣਾ ਨਹੀਂ ਚਾਹੁੰਦੀ, ਕਿਉਂਕਿ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਗੱਲ ਜ਼ਾਹਰ ਕਰਦੇ ਸੀ ਤੇ ਪੱਤੇ ਖੋਲ੍ਹ ਦਿੱਤੇ ਸੀ ਕਿ ਰਹੂੰ ਪਾਰਟੀ 'ਚ, ਰਹੂੰ ਕਾਂਗਰਸ 'ਚ, ਜਿਹੜੇ ਮੇਰੇ ਨਾਲ ਲੱਗਦੇ ਨੇ ਉਹ ਪਾਰਟੀ ਛੱਡ ਕੇ ਚਲੇ ਜਾਣ। ਹੁਣ ਵੇਖਦੇ ਹਾਂ ਕਿ ਸਿੱਧੂ ਨੂੰ ਰੱਖਦੇ ਆ ਜਾਂ ਕਿਸੇ ਹੋਰ ਨੂੰ ਕੱਢਦੇ ਆ। ਅਗਲੀ ਖਬਰ ਸਿੱਖ ਭਾਵਨਾਵਾਂ ਦੇ ਨਾਲ ਜੁੜੀ ਖਬਰ ਹੈ। ਫਿਲਮੀ ਅਦਾਕਾਰ ਨੇ, ਲੋਕ ਸੁਪਰਸਟਾਰ ਵੀ ਕਹਿੰਦੇ ਆ, ਅਮਿਤਾਭ ਬੱਚਨ ਨੇ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ ਹੈ, ਉਹਦੇ ਵਾਸਤੇ 2 ਕਰੋੜ ਰੁਪਏ ਦਾ ਦਾਨ ਦਿੱਤਾ, ਰਕਮ ਦਿੱਤੀ ਹੈ। 2 ਕਰੋੜ ਰੁਪਏ ਦੇਣ ਤੋਂ ਬਾਅਦ ਅਮਿਤਾਭ ਬੱਚਨ ਦੇ ਸੋਸ਼ਲ ਮੀਡੀਆ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਪੋਸਟ ਵੀ ਪਾਈ ਤੇ ਉਹਦੇ ਤੋਂ ਬਾਅਦ ਉਹਨਾਂ ਦੀ ਆਲੋਚਨਾ ਹੋਣ ਲੱਗ ਪਈ ਹੈ। ਜਿੱਥੇ ਆਮ ਲੋਕ ਆਲੋਚਨਾ ਕਰ ਰਹੇ ਆ, ਉੱਥੇ ਜਾਗੋ ਪਾਰਟੀ ਦੇ ਪ੍ਰਧਾਨ ਵੀ ਨੇ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਨੇ ਮਨਜੀਤ ਸਿੰਘ ਜੀਕੇ। ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਜੇਕਰ ਦਿੱਲੀ ਕਮੇਟੀ ਦੇ ਪ੍ਰਬੰਧੀ ਉਹਨਾਂ ਨੂੰ ਸੇਵਾ ਮਿਲੀ ਤਾਂ ਸਭ ਤੋਂ ਪਹਿਲਾ ਕੰਮ ਉਹ ਕਰਨਗੇ ਕਿ ਅਮਿਤਾਭ ਬੱਚਨ ਨੇ ਜਿਹੜੇ 2 ਕਰੋੜ ਰੁਪਏ ਦਿੱਤੇ ਹੈ, ਸਭ ਤੋਂ ਪਹਿਲਾਂ ਅਮਿਤਾਭ ਬੱਚਨ ਨੂੰ ਉਹ ਵਾਪਸ ਕਰਨਗੇ। ਉਹ ਕਹਿੰਦੇ ਇਹ ਰਕਮ ਸਿੱਖ ਕੌਮ ਨੂੰ ਪਰਵਾਹ ਨਹੀਂ, ਇਹ ਕੌਮ ਦੀ ਅਣਖ ਨੂੰ ਵੰਗਾਰਨ ਵਾਲੀ ਗੱਲ ਹੈ। ਉਹਨਾਂ ਕੋਵਿਡ ਕੇਅਰ ਸੈਂਟਰ ਲਈ ਫੰਡ ਲੈਣ ਨੂੰ ਕੌਮ ਨਾਲ ਗਦਾਰੀ ਦੱਸਿਆ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਖੜ ਕੇ 31 ਅਕਤੂਬਰ 1984 ਨੂੰ ਅਮਿਤਾਭ ਬੱਚਨ ਨੇ ਆਖਿਆ ਸੀ, ਖੂਨ ਕਾ ਬਦਲਾ ਖੂਨ। ਜਿਸ ਤੋਂ ਬਾਅਦ ਕਾਂਗਰਸ ਦੇ ਕਾਰਕੁਨਾਂ ਨੇ ਉਸ ਉਕਸਾਹਟ ਦੇ ਵਿੱਚ ਆ ਕੇ ਲੋਕਾਂ ਨੂੰ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ, ਸਿੱਖਾਂ ਦਾ ਕਤਲੇਆਮ ਕੀਤਾ। ਉਹ ਕਹਿੰਦੇ ਸਿੱਖਾਂ ਦੇ ਕਤਲੇਆਮ ਦਾ ਜਿਹੜਾ ਦੋਸ਼ੀ ਹੈ, ਕਿਸੇ ਵੀ ਤਰ੍ਹਾਂ ਦੀ ਮਦਦ ਲੈਣਾ ਸਿੱਖ ਕੌਮ ਦੀ ਅਣਖ ਨੂੰ ਵੰਗਾਰਨਾ ਹੈ। ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਵੋਟਾਂ ਦੇ ਲਾਲਚ ਵਿੱਚ ਆ ਕੇ ਕਹਿੰਦੇ ਤੁਹਾਨੂੰ ਚੇਤਾ ਹੋਣਾ ਹੈ ਕਿ ਸੌਦਾ ਸਾਧ ਨੂੰ ਇਸੇ ਤਰੀਕੇ ਨਾਲ ਇੱਕ ਫਿਲਮੀ ਸਟਾਰ ਨੇ ਮੀਟਿੰਗ ਕਰਾ ਕੇ ਅਕਾਲ ਤਖਤ ਤੋਂ ਬਾਅਦ ਦੇ ਵਿੱਚ ਮੁਆਫੀ ਦਵਾਈ, ਤੇ ਹੁਣ ਦੁਬਾਰਾ ਕਹਿੰਦੇ ਨੋਟਾਂ ਦੇ ਲਾਲਚ ਵਿੱਚ ਆ ਕੇ ਅਮਿਤਾਭ ਬੱਚਨ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਜਦ ਕਿ 84 ਸਿੱਖ ਵਿਰੋਧੀ ਕਤਲੇਆਮ ਦੇ ਬਾਬਤ ਅਮਿਤਾਭ ਬੱਚਨ ਦੇ ਵਿਰੁੱਧ ਅਕਾਲ ਤਖਤ ਸਾਹਿਬ ਤੇ ਇੱਕ ਮਾਮਲੇ ਦੀ ਸ਼ਿਕਾਇਤ ਵੀ ਪੁੱਜੀ ਹੋਈ ਹੈ, ਪਰ ਹਾਲੇ ਤੱਕ ਉਸ ਮਾਮਲੇ ਦਾ ਕੋਈ ਨਿਪਟਾਰਾ ਨਹੀਂ ਹੋਇਆ। ਇਸੇ ਵਿਚਕਾਰ 2 ਕਰੋੜ ਦੀ ਰਕਮ ਲਈ ਅਮਿਤਾਭ ਬੱਚਨ ਦਾ ਆਪਣੀ ਫੇਸਬੁੱਕ ਤੇ ਧੰਨਵਾਦ ਕਰਨਾ, ਉਹਦੀ ਪ੍ਰਸ਼ੰਸਾ ਕਰਨੀ, ਇਹ ਕਹਿੰਦੇ ਮਨਜਿੰਦਰ ਸਿੰਘ ਸਿਰਸਾ ਨੂੰ ਸੋਭਦਾ ਨਹੀਂ, ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਲਾਉਣ ਵਾਲੀ ਗੱਲ ਹੈ। ਅਤੇ ਨਾਲ ਹੀ ਜਦੋਂ ਮਨਜਿੰਦਰ ਸਿੰਘ ਸਿਰਸਾ ਦੀ ਇਸ ਮਸਲੇ ਨੂੰ ਲੈ ਕੇ ਆਲੋਚਨਾ ਹੋਣ ਲੱਗ ਪਈ ਤਾਂ ਉਹਨਾਂ ਨੇ ਆਪਣਾ ਪੱਖ ਰੱਖਿਆ, ਉਹਨਾਂ ਨੇ ਸਫਾਈ ਦਿੱਤੀ ਹੈ। ਉਹ ਕਹਿੰਦੇ ਜਿਹੜਾ ਵੀ ਬੰਦਾ ਮਨੁੱਖਤਾ ਦੀ ਸੇਵਾ ਲਈ ਕਦਮ ਚੁੱਕਦਾ ਉਹਦਾ ਧੰਨਵਾਦ ਕਰਨਾ ਬਣਦਾ। ਇਹ ਗੁਰੂ ਦਾ ਘਰ ਹੈ। ਉਹ ਕਹਿੰਦੇ ਕਿਸੇ ਇਨਸਾਨ ਦੀ ਭਾਵਨਾ ਕੀ ਹੈ ਤੇ ਗੁਰੂ ਘਰ ਦੀ ਸੋਚ ਵੱਖਰੀ ਹੈ। ਕਹਿੰਦੇ ਗੁਰੂ ਦੀ ਸੋਚ ਤੇ ਗੁਰੂ ਦੀ ਭਾਵਨਾ ਨਾਲ ਜਿਹੜਾ ਚੱਲੇਗਾ ਉਹ ਕੋਈ ਵੀ ਹੋ ਸਕਦਾ। ਉਹ ਕਹਿੰਦੇ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦਾ ਜਵਾਬ ਤਾਂ ਉਹਨੂੰ ਸੰਗਤ ਦੇ ਸਕਦੀ ਹੈ। ਇਹ ਵਿਰੋਧ ਇਸ ਲਈ ਵੀ ਹੋ ਸਕਦਾ ਕਿ ਕਿਤੇ ਇਸ ਚੀਜ਼ ਦਾ ਫਾਇਦਾ ਕਹਿੰਦੇ ਮੈਨੂੰ ਨਾ ਹੋ ਜੇ। ਪਰ ਹੁਣ ਕੁਝ ਵੀ ਹੈ, ਤੁਸੀਂ ਆਪਣੇ ਕਮੈਂਟ ਕਰ ਸਕਦੇ ਹੋ ਕਿ ਕੀ ਜਿਹੜੀ ਆਪਸ ਦੇ ਵਿੱਚ ਇਸ ਮਸਲੇ ਤੇ ਸਿਆਸਤ ਹੋਣ ਲੱਗ ਪਈ ਕਿ 2 ਕਰੋੜ ਰੁਪਏ ਅਮਿਤਾਭ ਬੱਚਨ ਤੋਂ ਲੈ ਕੇ ਤੇ ਉਹਦੀ ਪ੍ਰਸ਼ੰਸਾ ਕਰਨੀ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ, ਜਦੋਂ ਕਿ ਲੋਕ ਸਿੱਖ ਭਾਵਨਾਵਾਂ ਦੇ ਨਾਲ ਜੋੜ ਕੇ ਵੇਖ ਰਹੇ ਹੈ ਕਿ ਇਹ ਗੱਲ ਚੰਗੀ ਨਹੀਂ। ਦੋਸਤੋ, ਇਹ ਅੱਜ ਦੀਆਂ ਕੁਝ ਖਬਰਾਂ ਸਨ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ।
ਜਿਹੜੀ ਖਬਰ ਨੂੰ ਤੁਹਾਨੂੰ ਲੱਗਿਆ ਕਿ ਇਹਦੇ ਤੇ ਰਿਐਕਟ ਕਰਨਾ ਚਾਹੀਦਾ ਹੈ, ਟਿੱਪਣੀ ਕਰਨੀ ਚਾਹੀਦੀ ਹੈ, ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਟਿੱਪਣੀਆਂ ਜ਼ਰੂਰ ਕਰਿਆ ਕਰੋ। ਤੇ ਨਾਲ ਹੀ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਕਰਨ ਦੀ ਵੀ ਕਿਰਪਾਲਤਾ ਕਰਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।